ਲੋ ਨੀ ਕੁੜੀਓ ਤੇ ਭੈਣੋ, ਮੈਨੂੰ ਇਹ ਦੱਸੋ ਕਿ ਇਹ ਉਹੀ ਗ੍ਰੇਵੀ ਹੈ ਜਿਹੜੀ ਰੈਸਟੋਰੈਂਟ ਦੀ ਕੜਾਈ ਦੇ ਵਿੱਚ ਵੇਖ ਕੇ ਤੇ ਤੁਸੀਂ ਸੋਚਦੇ ਹੋ ਕਿ ਸਾਡੀ ਹਾਂਡੀ 'ਚ ਕਿਉਂ ਨਹੀਂ ਬਣਦੀ। ਤੇ ਬਸ ਫਿਰ ਆ ਜਾਓ ਤੇ ਵੇਖ ਲਓ ਕਿ ਇਹ ਗ੍ਰੇਵੀ ਜਿਹੜੀ ਹੈ ਨਾ ਤੁਹਾਡੀ ਹਾਂਡੀ ਵਿੱਚ ਕਿਵੇਂ ਬਣੇਗੀ। ਇਹ ਵੇਖੋ, ਐਡੀ ਮਜ਼ੇਦਾਰ ਗ੍ਰੇਵੀ ਅੱਜ ਅਸੀਂ ਬਣਾਉਣ ਲੱਗੇ ਜੇ ਮਟਨ ਦੀ। ਤੇ ਰੈਸਟੋਰੈਂਟ ਸਟਾਈਲ ਮਟਨ ਕੜਾਈ ਜਿਹੜੀ ਹੈ ਨਾ ਘਰ ਵਿੱਚ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ। ਬਹੁਤ ਹੀ ਆਸਾਨ ਹੈ, ਬਹੁਤ ਹੀ ਸਾਦਾ ਹੈ ਤੇ ਮਜ਼ਾ ਤੇ ਫਿਰ ਜੇ ਤੁਸੀਂ ਰੈਸਪੀ ਫਾਲੋ ਕਰੋਗੇ ਨਾ ਤੇ ਤੁਹਾਨੂੰ ਪਤਾ ਚੱਲ ਜਾਏਗਾ। ਬਸ ਜੀ ਅਸੀਂ ਪਾ ਦਿੱਤਾ ਪਿਆਜ਼ ਪਹਿਲੀ ਸੀੜੀ ਦੇ ਵਿੱਚ ਪਾ ਦਿੱਤਾ ਆਇਲ ਜਿਹੜਾ ਵੀ ਤੁਸੀਂ ਆਪਣੇ ਘਰ 'ਚ ਇਸਤੇਮਾਲ ਕਰਦੇ ਹੋ। ਤੇ ਪਿਆਜ਼ ਨੂੰ ਅਸੀਂ ਕਰ ਲੈਣਾ ਬਰਾਊਨ। ਮੈਂ ਫਿਲਹਾਲ ਰੱਖਿਆ ਪ੍ਰੈਸ਼ਰ ਕੁੱਕਰ। ਮੈਂ ਵੈਸੇ ਆਮ ਤੌਰ ਤੇ ਮਟਨ ਕਦੀ ਵੀ ਪ੍ਰੈਸ਼ਰ ਕੁੱਕ ਕਰਕੇ ਨਹੀਂ ਪਕਾਇਆ ਹੈ, ਕਿਉਂਕਿ ਮਟਨ ਅਗਰ ਅੱਛੀ ਕੁਆਲਿਟੀ ਦਾ ਹੋਏ ਨਾ ਤੇ ਉਹ ਉਂਝ ਹੀ ਅੱਧੇ ਘੰਟੇ ਵਿੱਚ ਲਾਜ਼ਮੀ ਗਲ ਜਾਂਦਾ ਬੜਾ ਸੋਹਣਾ। ਤੇ ਇੰਜ ਦਾ ਇਹਨੂੰ ਸੋਹਣਾ ਵਾਲਾ ਬਰਾਊਨ ਕਰ ਲੈਣਾ, ਸਾੜਨਾ ਵੀ ਨਹੀਂ ਤੇ ਬਹੁਤ ਜ਼ਿਆਦਾ ਇਹਨੂੰ ਅਸੀਂ ਕੱਚਾ ਵੀ ਨਹੀਂ ਰੱਖਣਾ। ਤੇ ਵਿੱਚ ਪਾ ਲੈਣਾ ਤੁਸੀਂ ਇਹਦੇ ਮਟਨ। ਤੇ ਮਟਨ ਨੂੰ ਹੁਣ ਅਸੀਂ ਪਿਆਜ਼ ਦੇ ਵਿੱਚ ਪਹਿਲਾਂ ਕੋਈ 2-4 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਫਿਰ ਵਿੱਚ ਪਾਵਾਂਗੇ ਦੂਜੇ ਮਸਾਲੇ, ਬਿਲਕੁਲ ਉਹੀ ਮਸਾਲੇ ਜਿਹੜੇ ਹਰ ਹਾਂਡੀ ਦੇ ਵਿੱਚ ਹਰ ਘਰ ਦੇ ਵਿੱਚ ਇਸਤੇਮਾਲ ਹੁੰਦੇ ਨੇ। ਕੋਈ ਇਹਦੇ ਵਿੱਚ ਨਵੀਂ ਚੀਜ਼ ਨਹੀਂ ਹੈ, ਬਸ ਤਰੀਕਾ ਜਿਹੜਾ ਉਹਦਾ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਹੈ। ਤੇ ਥੋੜਾ ਜਿਹਾ ਮੈਂ ਵਿੱਚ ਪੇਸਟ ਪਾ ਦਿੱਤਾ ਅਦਰਕ ਦਾ ਤੇ ਲਸਣ ਦਾ, ਕੋਈ 1-1 ਚਮਚ ਦੇ ਕਰੀਬ, ਠੀਕ ਹੈ। ਤੇ ਕੋਸ਼ਿਸ਼ ਕਰਨਾ ਹੈ ਕਿ ਅਦਰਕ ਤੇ ਲਸਣ ਦਾ ਪੇਸਟ ਹੀ ਇਹਦੇ ਵਿੱਚ ਪਾਓ। ਤੇ ਫਿਰ ਥੋੜਾ ਜਿਹਾ ਮੈਂ ਇਹਦੇ ਵਿੱਚ ਪਾ ਦਿੱਤਾ ਸਾਬਤ ਜ਼ੀਰਾ, ਇੱਕ ਮੈਂ ਪਾਈ ਇਹਦੇ ਵਿੱਚ ਇਲਾਇਚੀ, 3-4 ਲੌਂਗ ਤੇ ਇੱਕ ਕੜੀ ਪੱਤਾ। ਤੇ ਜੋ ਵੀ ਤੁਹਾਨੂੰ ਮੋٹے-ਮੋٹے ਮਸਾਲੇ ਜਿਹੜੇ ਘਰ ਵਿੱਚ ਅਵੇਲੇਬਲ ਹੋਣ ਪਾ ਲਓ, ਜਿਹੜੇ ਤੁਹਾਨੂੰ ਪਸੰਦ ਨੇ। ਤੇ ਫਿਰ ਮੈਂ ਵਿੱਚ ਪਾ ਦਿੱਤਾ ਇਹਦੇ ਟਮਾਟਰ ਬਰੀਕ-ਬਰੀਕ ਕੱਟ ਕੇ। ਤੇ ਟਮਾਟਰ ਕੋਸ਼ਿਸ਼ ਕਰੋ ਜ਼ਿਆਦਾ ਪਾਓ। ਸਬਜ਼ ਮਿਰਚਾਂ ਵੀ ਮੈਂ ਕ੍ਰਸ਼ ਕਰ ਰਹੀਆਂ ਹੋਈਆਂ ਸਨ, ਉਹ ਵੀ ਵਿੱਚ ਪਾ ਦਿੱਤੀਆਂ, ਕਿਉਂਕਿ ਇਹਨਾਂ ਮਸਾਲਿਆਂ ਨਾਲ ਹੀ ਬੇਸਿਕਲੀ ਇਹ ਗ੍ਰੇਵੀ ਬਣਦੀ ਹੈ। ਤੇ ਜੇ ਇਹ ਮਸਾਲੇ ਤੁਸੀਂ ਥੋੜੇ ਯੂਜ਼ ਕਰਦੇ ਹੋ ਤੇ ਮੇਰਾ ਖਿਆਲ ਹੈ ਰੈਸਟੋਰੈਂਟ ਵਾਲੇ ਵੀ ਇਹਨਾਂ ਵਿੱਚ ਕੁਝ ਕੰਜੂਸੀ ਕਰਦੇ ਨੇ। ਤੇ ਫਿਰ ਕੁਝ ਜੁਗਾੜ ਨੇ, ਉਹ ਵੀ ਮੈਂ ਤੁਹਾਨੂੰ ਦੱਸਣੀ ਆ ਜਿਹਦੇ ਵਾਸਤੇ ਜਿਹੜੇ ਯੂਜ਼ ਕਰਕੇ ਤੇ ਤੁਸੀਂ ਇਹ ਗ੍ਰੇਵੀ ਜਿਹੜੀ ਹੈ ਨਾ ਬਣਾ ਸਕਦੇ ਹੋ। ਇਹ ਮੈਂ ਪ੍ਰੈਸ਼ਰ ਕੁੱਕਰ ਜਿਹੜਾ ਨਾ ਮਤਲਬ ਸੀਟੀ ਨਹੀਂ ਸੀ ਲਾਈ ਹੋਈ, ਵੈਸੇ ਉੱਤੇ ਢੱਕਣ ਰੱਖ ਕੇ ਤੇ ਇਹਨੂੰ ਕੋਈ 10 ਮਿੰਟ ਤੱਕ ਮੈਂ ਪਕਾਇਆ। ਇਹਨੇ ਆਪਣਾ ਪਾਣੀ ਛੱਡ ਦਿੱਤਾ ਮਟਨ ਨੇ, ਤੇ ਥੋੜਾ ਜਿਹਾ ਗਲ ਵੀ ਗਿਆ। ਤੇ ਵਿੱਚ ਉਹੀ ਮਸਾਲੇ ਜਿਹੜੇ ਆਮ ਤੁਸੀਂ ਪਾਉਂਦੇ ਹੋ, ਹਲਦੀ, ਚਿਲੀ ਫਲੇਕਸ, ਸੁਰਖ ਮਿਰਚ, ਧਨੀਆ ਪਾਊਡਰ ਤੇ ਨਮਕ ਤੇ ਕਾਲੀ ਮਿਰਚ ਵੀ ਅਗਰ ਤੁਸੀਂ ਪਾਉਂਦੇ ਤੇ ਉਹ ਵੀ ਪਾ ਲਓ ਅੰਦਾਜ਼ੇ ਦੇ ਨਾਲ, ਜਿਹੜੇ ਵੀ ਮਸਾਲੇ ਤੁਸੀਂ ਆਪਣੇ ਘਰ ਹਾਂਡੀ 'ਚ ਯੂਜ਼ ਕਰਦੇ ਹੋ। ਤੇ ਇਹ ਵੇਖੋ ਜੀ, ਹੁਣ ਸਾਡਾ ਮਸਾਲਾ ਜਿਹੜਾ ਨਾ ਉਹ ਭੁੱਜ ਚੁੱਕਿਆ ਬਿਲਕੁਲ। ਪਾਣੀ ਇਹਦਾ ਇੱਕ ਵਾਰੀ ਰਿਲੀਜ਼ ਹੋ ਕੇ ਤੇ ਖੁਸ਼ਕ ਹੋ ਗਿਆ। ਹੁਣ ਇਹਦੇ ਵਿੱਚ ਜਿਹੜਾ ਨਾ ਅਸੀਂ ਪਾਵਾਂਗੇ ਪਾਣੀ। ਤੇ ਮੈਂ ਪਾਣੀ ਹਮੇਸ਼ਾ ਗੋਸ਼ਤ ਵਿੱਚ ਜਿਹੜਾ ਨਾ ਗਲਾਉਣ ਵਾਸਤੇ ਕਰਨੀ ਹੈ ਯੂਜ਼ ਗਰਮ। ਤੇ ਇਹਨੂੰ ਹੁਣ ਅਸੀਂ ਪ੍ਰੈਸ਼ਰ ਕੁੱਕਰ ਨਹੀਂ ਮਿਲਾ ਰਹੀ ਹਲੇ ਵੀ, ਮੈਂ ਇਹਨੂੰ ਸਿਰਫ ਉਂਝ ਹੀ ਢੱਕ ਕੇ ਤਕਰੀਬਨ ਅੱਧਾ ਘੰਟਾ ਪਕਾਇਆ। ਤੇ ਵੇਖ ਲਓ ਫਿਰ ਗਲਦਾ ਜੇ ਤੁਹਾਡਾ ਮਟਨ ਤੇ ਠੀਕ ਹੈ, ਜੇ ਨਹੀਂ ਤੇ ਫਿਰ ਤੁਸੀਂ ਪ੍ਰੈਸ਼ਰ ਕੁੱਕਰ ਲਾ ਸਕਦੇ ਹੋ। ਲੇਕਿਨ ਮੇਰਾ ਮਟਨ ਅਲਹਮਦੁਲਿਲਾ ਅੱਜ ਵੀ ਗਲ ਗਿਆ ਜੇ। ਤੇ ਬਸ ਹੁਣ ਜਿਹੜਾ ਨਾ ਇਹਦੀ ਆਖਰੀ ਰਸੂਮਾਤ ਜਿਹੜੀਆਂ ਨੇ ਨਾ ਉਹ ਸ਼ੁਰੂ ਹੋ ਗਈਆਂ ਨੇ। ਤੇ ਮੈਂ ਵਿੱਚ ਪਾਈਏ ਕਰੀਮ। ਤੇ ਇੱਥੇ ਤੁਸੀਂ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋ ਤੇ ਕਰੀਮ ਵੀ ਪਾ ਸਕਦੇ ਹੋ। ਤੇ ਫਿਰ ਮੈਂ 3-4 ਮਿੰਟ ਦਾ ਦਮ ਲਾਇਆ ਤੇ ਇਹ ਵੇਖੋ ਸਾਰਾ ਆਇਲ ਇਹਦਾ ਰਿਲੀਜ਼ ਹੋ ਗਿਆ ਤੇ ਗ੍ਰੇਵੀ ਜਿਹੜੀ ਇਹਦੀ ਬੜੀ ਸੋਹਣੀ ਪਰਫੈਕਟ ਪੱਕ ਗਈ ਹੈ। ਤੇ ਬਸ ਇਹਦੇ ਤੇ ਧਨੀਆ ਪਾ ਲਿਆ। ਇਹ ਸਿਰਫ ਔਰ ਸਿਰਫ ਮਸਾਲੇ ਨੂੰ ਅੱਛੀ ਤਰ੍ਹਾਂ ਕੁੱਕ ਕਰਨ ਦੀ ਗੇਮ ਹੈ। ਤੇ ਜਿਹੜੇ ਨੇ ਜੁਗਾੜ ਉਹਦੇ ਵਿੱਚ ਜਿਹੜੇ ਰੈਸਟੋਰੈਂਟ ਵਾਲੇ ਨੇ ਨਾ ਬਾਜ਼ ਬੇਸਨ ਘੋਲ ਕੇ ਵਿੱਚ ਪਾਉਂਦੇ ਨੇ ਤੇ ਉਹਨੂੰ ਅੱਛੀ ਤਰ੍ਹਾਂ ਪਕਾ ਲੈਂਦੇ ਨੇ ਤੇ ਉਹਦੀ ਗ੍ਰੇਵੀ ਬਣ ਜਾਂਦੀ ਹੈ। ਬਾਅਦ ਜਿਹੜੇ ਨੇ ਉਹ ਮੈਦਾ ਜਾਂ ਕੌਰਨਫਲਾਵਰ ਘੋਲ ਕੇ ਪਾਉਂਦੇ ਨੇ ਤੇ ਉਹਦੀ ਵੀ ਜਿਹੜੀ ਹੈ ਨਾ ਗ੍ਰੇਵੀ ਜਿਹੜੀ ਹੈ ਨਾ ਪੇਸਟ ਦੀ ਸ਼ਕਲ ਵਿੱਚ ਬਣ ਜਾਂਦੀ ਹੈ। ਤੇ ਅਗਰ ਹੈਲਦੀ ਵੇ 'ਚ ਤੁਸੀਂ ਇਸ ਮਸਾਲੇ ਤੋਂ ਇਲਾਵਾ ਕੋਈ ਗ੍ਰੇਵੀ ਬਣਾਉਣਾ ਚਾਹੋ ਤੇ ਤੁਸੀਂ ਕਾਜੂ ਤੇ ਬਦਾਮ ਦਾ ਪੇਸਟ ਵੀ ਪਾਓਗੇ ਤੇ ਇੰਜ ਦੀ ਗ੍ਰੇਵੀ ਬਣ ਜਾਏਗੀ। ਲੇਕਿਨ ਇਹ ਓਰੀਜਨਲ ਮਸਾਲਿਆਂ ਦੇ ਨਾਲ ਤੇ ਓਰੀਜਨਲ ਜਿਹੜਾ ਅਸਾਂ ਘਿਓ ਯੂਜ਼ ਕੀਤਾ ਉਹਦੇ ਨਾਲ ਹੀ ਇਹਦੀ ਇਹ ਸ਼ਕਲ ਜਿਹੜੀ ਹੈ ਨਾ ਬਣੀ ਹੈ।